ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ IQ ਐਜੂਕੇਸ਼ਨ 'ਤੇ। ਅੱਜ ਆਪਾਂ ਫਿਰ ਤੋਂ ਪੰਜਾਬ ਦੇ ਕੰਪੀਟੀਟਿਵ ਐਗਜ਼ਾਮ ਦੇ ਲਈ ਇੰਪੋਰਟੈਂਟ ਹੈ ਜਿਹੜੇ ਹਿਸਟਰੀ, ਜੀਓਗ੍ਰਾਫੀ ਅਤੇ ਪੋਲਿਟੀ ਦੇ ਵਨ ਲਾਈਨਰ ਕਰਾਂਗੇ। ਪਿਛਲੀ ਵੀਡੀਓ ਦੇ ਵਿੱਚ ਅਸੀਂ 1 ਤੋਂ 73 ਜਿਹੜੇ ਵਨ ਲਾਈਨਰ ਕੀਤੇ ਸੀ। ਹੁਣ ਅਸੀਂ 74 ਤੋਂ 150 ਤੱਕ ਹੈ ਜਿਹੜੇ ਉਹ ਕਰਾਂਗੇ। ਤਾਂ ਸਭ ਤੋਂ ਪਹਿਲਾਂ ਹੈਗਾ ਭਾਰਤ ਵਿੱਚ ਹੜ੍ਹਾਂ ਦੀ ਰੋਕਥਾਮ ਲਈ ਕੇਂਦਰੀ ਜਲ ਅਤੇ ਊਰਜਾ ਕਮਿਸ਼ਨ ਕਦੋਂ ਬਣਾਇਆ ਗਿਆ ਸੀ? ਤਾਂ ਇਹ 1954 ਦੇ ਵਿੱਚ ਬਣਾਇਆ ਗਿਆ ਸੀ। ਭਾਰਤ ਦੇ ਕੁੱਲ ਖੇਤਰਫਲ ਦਾ ਕਿੰਨਵਾਂ ਭਾਗ ਸੋਕੇ ਦੀ ਮਾਰ ਹੇਠ ਆਉਂਦਾ? ਤਾਂ ਕੁੱਲ 16% ਹੈ ਜਿਹੜਾ ਉਹ ਸੋਕੇ ਦੀ ਮਾਰ ਹੇਠ ਆਉਂਦਾ। ਇੰਡੀਆ ਗੇਟ ਕਿਸ ਦੀ ਯਾਦ ਵਿੱਚ ਬਣਾਇਆ ਗਿਆ ਸੀ? ਤਾਂ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਜਿਹੜੇ ਸ਼ਹੀਦ ਹੋਏ ਸੀ ਇੰਡੀਅਨ ਸੈਨਿਕ, ਤਾਂ ਉਹਨਾਂ ਦੀ ਯਾਦ ਦੇ ਵਿੱਚ ਇੰਡੀਆ ਗੇਟ ਹੈ ਜਿਹੜਾ ਬਣਾਇਆ ਗਿਆ। ਦੱਖਣੀ ਭਾਰਤ ਪ੍ਰਾਇਦੀਪ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ? ਤਾਂ ਗੋਦਾਵਰੀ ਨਦੀ ਹੈ, ਜਿਹਨੂੰ ਦੱਖਣ ਦੀ ਜਿਹੜੀ ਹੈਗੀ ਹੈ ਗੰਗਾ ਵੀ ਕਿਹਾ ਜਾਂਦਾ ਹੈਗਾ ਅਤੇ ਬੁੱਢੀ ਗੰਗਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪਾਕਿਸਤਾਨੀ ਸਰਵਉੱਚ ਸਨਮਾਨ ਨਿਸ਼ਾਨ ਪਾਕਿਸਤਾਨ ਕਿਹੜੇ ਭਾਰਤੀ ਨੂੰ ਦਿੱਤਾ ਗਿਆ ਸੀ? ਤਾਂ ਇਹ ਮੁਰਾਰਜੀ ਦੇਸਾਈ ਨੂੰ ਦਿੱਤਾ ਗਿਆ ਸੀ। ਮੁਰਾਰਜੀ ਦੇਸਾਈ ਨੇ 1977 ਦੇ ਵਿੱਚ ਇੰਦਰਾ ਗਾਂਧੀ ਦੀ ਸਰਕਾਰ ਨੂੰ ਹਰਾ ਕੇ ਜਿਹੜੀ ਹੈਗੀ ਆਪਦੀ ਇੱਕ ਨਵੀਂ ਸਰਕਾਰ ਬਣਾਈ ਸੀ, ਜਿਹਨੂੰ ਜਨਤਾ ਪਾਰਟੀ ਦੀ ਸਰਕਾਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਵੀ ਤੁਹਾਡੇ ਲਈ ਇੰਪੋਰਟੈਂਟ ਹੈ। ਭਾਰਤ ਦਾ ਨਾਮ ਹਿੰਦੁਸਤਾਨ ਇੰਡੀਆ ਕਿਹੜੀ ਨਦੀ ਤੋਂ ਪਿਆ? ਤਾਂ ਇਹ ਸਿੰਧ ਨਦੀ ਤੋਂ ਪਿਆ, ਜਿਹਨੂੰ ਅਸੀਂ ਇੰਡਸ ਨਦੀ ਵੀ ਕਹਿੰਦੇ ਹਾਂ। ਅਤੇ ਕਈ ਵਾਰ ਇਹ ਵੀ ਪੁੱਛ ਲਿਆ ਜਾਂਦਾ ਵੀ ਸਿੰਧ ਦੀ ਜਿਹੜੀ ਹੈਗੀ ਸਭ ਤੋਂ ਵੱਡੀ ਸਹਾਇਕ ਨਦੀ ਕਿਹੜੀ ਹੈ? ਤਾਂ ਉਹ ਚਨਾਬ ਹੈ। ਅਤੇ ਜਿਹੜੀ ਸਿੰਧ ਨਦੀ ਆ ਇਹ ਪੂਰੇ ਭਾਰਤ ਹੈ ਜਿਹੜਾ ਉਹ ਮਤਲਬ ਪੂਰਾ ਭਾਰਤ ਕਹਿ ਸਕਦੇ ਇਹਦੇ ਕਿਨਾਰੇ ਵਸਿਆ ਹੋਇਆ ਸੀ। ਜੇ ਆਪਾਂ ਪ੍ਰਾਚੀਨ ਭਾਰਤ ਪੜ੍ਹਦੇ ਹਾਂ ਅਤੇ ਇਹਦੀਆਂ ਅੱਗੇ ਕੁਛ ਜਿਹੜੀਆਂ ਹੈਗੀਆਂ 7 ਸਹਾਇਕ ਨਦੀਆਂ ਸੀਗੀਆਂ, ਜਿਨ੍ਹਾਂ ਦੇ ਉੱਤੇ ਆਪਣੇ ਜਿਹੜਾ ਪੰਜਾਬ ਹੈ, ਪੰਜਾਬ ਪ੍ਰਦੇਸ਼ ਦਾ ਜਿਹੜਾ ਹੈਗਾ ਬਿਰਤਾਂਤ ਹੈ ਜਿਹੜਾ ਉਹ ਦਰਸਾਉਂਦਾ ਹੈਗਾ ਆਪਣਾ ਵੈਦਿਕ ਪੀਰੀਅਡ। ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਵਿੱਚ ਊਸ਼ਣ ਚੱਕਰਵਾਤਾਂ ਦੇ ਕਾਰਨ ਪੈਦਾ ਹੋਣ ਵਾਲੇ ਖੁਸ਼ਕ ਅੰਤਰਾਲ ਨੂੰ ਕੀ ਕਿਹਾ ਜਾਂਦਾ? ਇਹਨੂੰ ਮੌਨਸੂਨ ਰੁਕਾਵਟ ਕਹਿੰਦੇ ਨੇ। ਐਲ ਨੀਨੋ ਕਰੰਟ ਕੀ ਹੈ? ਇਹ ਇੱਕ ਸਮੁੰਦਰ ਦੀ ਧਾਰਾ ਹੈਗੀ ਜਿਹੜੀ ਚਿਲੀ ਦੇ ਤੱਟ 'ਤੇ ਮਿਲਦੀ ਹੈ। ਐਲ ਨੀਨੋ ਕਰੰਟ ਸਮੁੰਦਰੀ ਧਾਰਾ ਕਿੱਥੇ ਵਗਦੀ ਹੈ? ਇਹ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਵਗਦੀ ਆ। 1 ਜੂਨ ਨੂੰ ਪੱਛਮੀ ਤੱਟ 'ਤੇ ਹੋਣ ਵਾਲੀ ਵਰਖਾ ਨੂੰ ਕੀ ਕਹਿੰਦੇ ਨੇ? ਇਹਨੂੰ ਮੌਨਸੂਨ ਧਮਾਕਾ ਜਾਂ ਮੌਨਸੂਨ ਫਟਣਾ ਕਹਿੰਦੇ ਨੇ। ਨੌਰਵੈਸਟਰ ਕੀ ਹੈ? ਪੱਛਮੀ ਬੰਗਾਲ ਦੇ ਵਿੱਚ ਜਿਹੜਾ ਕਾਲ ਵਿਸਾਖੀ ਹੈ ਤੂਫਾਨ ਉੱਠਦਾ ਹੈਗਾ, ਚੱਕਰਵਾਤੀ ਤੂਫਾਨ, ਉਹਨੂੰ ਅਸੀਂ ਨੌਰਵੈਸਟਰ ਕਹਿੰਦੇ ਹਾਂ। ਭਾਰਤ ਵਿੱਚ ਗਰਮੀਆਂ ਵਿੱਚ ਹੋਣ ਵਾਲੀ ਵਰਖਾ ਰੁੱਤ ਦਾ ਸਮਾਂ? ਤਾਂ 1 ਜੂਨ ਤੋਂ ਲੈ ਕੇ ਅੱਧੇ ਸਤੰਬਰ ਤੱਕ ਹੈ ਜਿਹੜੀ ਮਤਲਬ ਇਹ ਚੱਲਦੀ ਹੈ, ਸਤੰਬਰ ਦੇ ਲਾਸਟ ਤੱਕ ਵੀ ਹੋ ਜਾਂਦੀ ਹੈ। ਭਾਰਤ ਵਿੱਚ ਗਰਮੀਆਂ ਵਿੱਚ 1 ਜੂਨ ਨੂੰ ਸਭ ਤੋਂ ਪਹਿਲਾਂ ਵਰਖਾ ਕਿੱਥੇ ਹੁੰਦੀ ਹੈ? ਤਾਂ ਕੇਰਲ ਦੇ ਪੱਛਮੀ ਤੱਟ 'ਤੇ ਹੁੰਦੀ ਹੈ। ਭਾਰਤ ਵਿੱਚ ਆਉਣ ਵਾਲੀਆਂ ਕੁੱਲ ਵਰਖਾ ਦੀ ਕਿੰਨਾ ਪ੍ਰਤੀਸ਼ਤ ਵਰਖਾ ਗਰਮੀਆਂ ਵਿੱਚ ਹੁੰਦੀ ਹੈ? ਤਾਂ 87% ਜਿਹੜੀ ਵਰਖਾ ਹੈਗੀ ਉਹ ਆਪਾਂ ਨੂੰ ਗਰਮੀਆਂ ਦੇ ਵਿੱਚ ਹੀ ਮਿਲ ਜਾਂਦੀ ਹੈ। ਕੁੱਲ ਖਰਚੇ ਅਤੇ ਕੁੱਲ ਆਮਦਨ ਦੇ ਅਨੁਪਾਤ ਨੂੰ ਕੀ ਕਿਹਾ ਜਾਂਦਾ? ਔਸਤ ਉਪਭੋਗਤਾ ਪ੍ਰਵਿਰਤੀ ਕਿਹਾ ਜਾਂਦਾ। ਪੂੰਜੀ ਵਿੱਚ ਹੋਣ ਵਾਲੇ ਵਾਧੇ ਨੂੰ ਕੀ ਕਹਿੰਦੇ ਨੇ? ਨਿਵੇਸ਼। ਕੀਮਤਾਂ ਵਿੱਚ ਲਗਾਤਾਰ ਹੋਣ ਵਾਲੇ ਵਾਧੇ ਨੂੰ ਕੀ ਕਿਹਾ ਜਾਂਦਾ? ਮੁਦਰਾਸਫੀਤੀ। ਅੰਗਰੇਜ਼ੀ ਸ਼ਬਦ ਇਨਫਲੇਸ਼ਨ ਜਾਂ ਮੁਦਰਾਸਫੀਤੀ ਦਾ ਸ਼ਾਬਦਿਕ ਅਰਥ ਕੀ ਹੈ? ਵਾਧਾ ਜਾਂ ਫੈਲਾਵ। ਭਾਰਤ ਵਿੱਚ ਪਹਿਲੀ 5 ਸਾਲਾ ਯੋਜਨਾ ਕਦੋਂ ਸ਼ੁਰੂ ਹੋਈ ਸੀ? 1950 ਦੇ ਵਿੱਚ ਹੋਈ ਸੀ। ਪਰ ਹੁਣ ਜੇ ਆਪਾਂ ਜਾਣੀਏ ਤਾਂ ਪਲੈਨਿੰਗ ਕਮਿਸ਼ਨ ਹੈ ਜਿਹੜਾ ਉਹਨੂੰ ਅਸੀਂ ਨੀਤੀ ਆਯੋਗ ਦੇ ਵਿੱਚ ਮਰਜ ਕਰ ਚੁੱਕੇ ਹਾਂ। ਅਤੇ ਹੁਣ ਤੱਕ ਆਪਣੇ ਜਿਹੜੇ ਹੈਗੇ 12 5 ਸਾਲਾਂ ਯੋਜਨਾਵਾਂ ਜਿਹੜੀਆਂ ਉਹ ਪੂਰੀਆਂ ਹੋ ਚੁੱਕੀਆਂ ਨੇਗੀਆਂ। ਅਗਲਾ ਹੈ ਪੂਰਨ ਰੁਜ਼ਗਾਰ ਤੋਂ ਭਾਵ ਅਨਿੱਛਕ ਬੇਰੁਜ਼ਗਾਰੀ ਦੀ ਅਣਹੋਂਦ ਹੋਣਾ। ਕਥਨ ਕਿਸ ਦਾ ਹੈ? ਇਹ ਪ੍ਰੋਫੈਸਰ ਹੈਂਸਨ ਦਾ। ਨੈਕਸਟ ਹੈ ਬਜਟ ਕਿੰਨੀ ਤਰ੍ਹਾਂ ਦੇ ਹੁੰਦੇ ਆ? ਬਜਟ 3 ਤਰ੍ਹਾਂ ਦੇ ਹੁੰਦੇ ਨੇ। ਅਗਲਾ ਹੈ ਸਰਕਾਰ ਦੇ ਖਰਚ ਅਤੇ ਆਮਦਨ ਦਾ ਬਿਊਰਾ ਕੀ ਕਹਿਲਾਉਂਦਾ? ਬਜਟ। ਭਾਰਤ ਵਿੱਚ ਹਰ ਸਾਲ ਕਦੋਂ ਲੋਕ ਸਭਾ ਵਿੱਚ ਬਜਟ ਪੇਸ਼ ਕੀਤਾ ਜਾਂਦਾ? ਤਾਂ 28 ਫਰਵਰੀ ਨੂੰ ਕੀਤਾ ਜਾਂਦਾ। ਇੱਕ ਚੀਜ਼ ਇੱਥੇ ਹੋਰ ਜ਼ਰੂਰੀ ਹੈ ਵੀ ਜਿਹੜਾ ਬਜਟ ਆ ਉਹ ਸਿਰਫ ਅਤੇ ਸਿਰਫ ਲੋਕ ਸਭਾ ਦੇ ਵਿੱਚ ਪੇਸ਼ ਹੁੰਦਾ ਅਤੇ ਰਾਸ਼ਟਰਪਤੀ ਦੀ ਮਨਜ਼ੂਰੀ ਨਾਲ ਪੇਸ਼ ਹੁੰਦਾ। ਅਗਰ ਰਾਸ਼ਟਰਪਤੀ ਹੈ ਜਿਹੜਾ ਰਾਸ਼ਟਰਪਤੀ ਦੀ ਜ਼ਿੰਮੇਵਾਰੀ ਹੈ ਵੀ ਉਹਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਨਾ ਵੀ ਹੁਣ ਭਾਰਤ ਦਾ ਜਿਹੜਾ ਬਜਟ ਹੈ ਜਾਂ ਸਰਕਾਰ ਦਾ ਜਿਹੜਾ ਖਰਚਾ ਹੈਗਾ ਉਹਦਾ ਬਿਊਰਾ ਤਿਆਰ ਕੀਤਾ ਜਾਵੇ, ਤਾਂ ਹੀ ਇਹਨੂੰ ਤਿਆਰ ਕੀਤਾ ਜਾਂਦਾ। ਨੈਕਸਟ ਆ ਨਥੂਰਾਮ ਗੋਡਸੇ ਨੇ ਕਿਸ ਦਾ ਕਤਲ ਕੀਤਾ? ਤਾਂ ਮਹਾਤਮਾ ਗਾਂਧੀ ਦਾ ਕੀਤਾ ਸੀਗਾ 1948 ਦੇ ਵਿੱਚ। ਨਥੂਰਾਮ ਗੋਡਸੇ ਦਾ ਸੰਬੰਧ ਕਿਹੜੇ ਸੰਗਠਨ ਨਾਲ ਸੀ? RSS ਨਾਲ ਸੀ। ਭਾਰਤ ਵਿੱਚ 1 ਰੁਪਏ ਦਾ ਨੋਟ ਜਾਰੀ ਕੌਣ ਕਰਦਾ? ਵਿੱਤ ਵਿਭਾਗ ਕਰਦਾ। ਭਾਰਤ ਵਿੱਚ ਆਵਾਜਾਈ ਦਾ ਸਭ ਤੋਂ ਸਸਤਾ ਸਾਧਨ ਕਿਹੜਾ ਹੈਗਾ? ਰੇਲ ਹੈ। ਭਾਰਤ ਵਿੱਚ ਪਹਿਲੀ ਰੇਲ ਲਾਈਨ ਕਦੋਂ ਸ਼ੁਰੂ ਹੋਈ ਸੀ? ਤਾਂ ਇਹ 16 ਅਪ੍ਰੈਲ 1853 ਨੂੰ ਬੰਬਈ ਤੋਂ ਠਾਣੇ ਤੱਕ ਸ਼ੁਰੂ ਕੀਤੀ ਗਈ ਸੀ, ਜਿਹਦਾ ਜਿਹੜਾ ਸਿਰ ਹੈਗਾ ਉਹ ਲਾਰਡ ਡਲਹੌਜ਼ੀ ਨੂੰ ਜਾਂਦਾ।
ਏਸ਼ੀਆ ਮਹਾਂਦੀਪ ਵਿੱਚ ਭਾਰਤ ਦੀ ਪਹਿਲੀ ਰੇਲਵੇ ਦਾ ਕਿੰਨਵਾਂ ਸਥਾਨ ਹੈ? ਤਾਂ ਪਹਿਲਾ ਸਥਾਨ ਹੈ। ਸੰਸਾਰ ਵਿੱਚ ਭਾਰਤੀ ਰੇਲਵੇ ਦਾ ਕਿੰਨਵਾਂ ਸਥਾਨ ਹੈ? ਚੌਥਾ ਸਥਾਨ। ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਕਦੋਂ ਹੋਈ? 1935 ਦੇ ਵਿੱਚ। ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ 1935 ਦੇ ਗਵਰਨਮੈਂਟ ਆਫ ਇੰਡੀਆ ਐਕਟ ਦੀ ਦੇਣ ਹੈ ਸਾਨੂੰ ਭਾਰਤੀ ਰਿਜ਼ਰਵ ਬੈਂਕ। ਉਪਭੋਗਤਾ ਸੰਰਕਸ਼ਣ ਐਕਟ ਕਦੋਂ ਪਾਸ ਹੋਇਆ? ਤਾਂ ਇਹ 1986 ਦੇ ਵਿੱਚ ਹੋਇਆ ਸੀ। ਸੰਸਾਰ ਵਿੱਚ ਭਾਰਤੀ ਰੇਲਵੇ ਦਾ ਕਿੰਨਵਾਂ ਸਥਾਨ ਹੈ? ਚੌਥਾ ਸਥਾਨ ਹੈ। ਇਹ ਕੁਝ ਕੁਐਸਚਨ ਰਿਪੀਟ ਹੋ ਗਏ। ਅਗਲਾ ਹੈ ਨਬਾਰਡ ਦਾ ਮੁੱਖ ਕੰਮ ਕੀ ਹੈ? ਖੇਤੀਬਾੜੀ ਲਈ ਕਰਜ਼ਾ ਦੇਣਾ ਨਬਾਰਡ ਦਾ ਮੁੱਖ ਕੰਮ ਹੈ। ਹਰ ਸਾਲ ਭਾਰਤ ਵਿੱਚ ਉਪਭੋਗਤਾ ਹਫ਼ਤਾ ਕਦੋਂ ਮਨਾਇਆ ਜਾਂਦਾ? 15 ਮਾਰਚ ਤੋਂ 21 ਮਾਰਚ ਤੱਕ ਮਨਾਇਆ ਜਾਂਦਾ ਹੈ। ਭਾਰਤ ਵਿੱਚ ਖੇਤਾਂ ਦਾ ਔਸਤ ਆਕਾਰ ਕਿੰਨਾ ਹੈ? 2.3 ਹੈਕਟੇਅਰ ਹੈ। ਪੰਜਾਬ ਵਿੱਚ ਖੇਤਾਂ ਦਾ ਆਕਾਰ 3.77 ਹੈਕਟੇਅਰ ਹੈ। ਆਮਦਨ ਅਤੇ ਲਾਭ ਦੇ ਵਧਣ ਦੀ ਸੰਭਾਵਨਾ ਨਾਲ ਇਹ ਵੱਧਦਾ ਹੈ ਅਤੇ ਘਾਟੇ ਦੀ ਸੰਭਾਵਨਾ ਨਾਲ ਇਹ ਘਟਦਾ ਹੈ। ਇਹਨੂੰ ਅਸੀਂ ਪ੍ਰੇਰਿਤ ਨਿਵੇਸ਼ ਕਹਿੰਦੇ ਹਾਂ। ਭਾਰਤ ਵਿੱਚ ਸਿੱਕੇ ਕੌਣ ਜਾਰੀ ਕਰਦਾ ਹੈ? ਤਾਂ ਭਾਰਤ ਸਰਕਾਰ ਜਾਰੀ ਕਰਦੀ ਹੈ। ਸੰਸਦ ਦੁਆਰਾ ਸੰਕਟ ਕਾਲ ਦੌਰਾਨ ਲੋਕ ਸਭਾ ਦਾ ਕਾਰਜਕਾਲ ਇੱਕ ਸਮੇਂ ਵਿੱਚ ਸਭ ਤੋਂ ਵੱਧ ਕਿੰਨਾ ਵਧਾਇਆ ਜਾ ਸਕਦਾ ਹੈ? ਤਾਂ 1 ਸਾਲ ਵਧਾਇਆ ਜਾਂਦਾ ਗਾ। ਜਦੋਂ ਵੀ ਆਪਣੇ ਦੇਸ਼ ਦੇ ਵਿੱਚ ਰਾਸ਼ਟਰੀ ਜਿਹੜੀ ਹੈਗੀ ਐਮਰਜੈਂਸੀ ਦੀ ਘੋਸ਼ਣਾ, ਆਪਤਕਾਲੀਨ ਸਥਿਤੀ ਦੀ ਘੋਸ਼ਣਾ ਕੀਤੀ ਜਾਂਦੀ ਹੈ ਤਾਂ ਉਦੋਂ ਵਧਾਇਆ ਜਾਂਦਾ। ਲੋਕ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ? 5 ਸਾਲ ਹੁੰਦਾ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਲੋਕ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਨੇ? ਤਾਂ ਕੁੱਲ 13 ਮੈਂਬਰ ਚੁਣੇ ਜਾਂਦੇ ਨੇ। ਕਈ ਵਾਰ ਨਾ ਇਹ ਵੀ ਪੁੱਛ ਲਿਆ ਜਾਂਦਾ ਵੀ ਲੋਕ ਸਭਾ ਦਾ ਕਾਰਜਕਾਲ ਹੈ ਜਿਹੜਾ 5 ਸਾਲ ਤੋਂ 1 ਸਾਲ ਲਈ ਕਿਹੜੀ ਸਰਕਾਰ ਨੇ ਵਧਾਇਆ ਸੀਗਾ? ਤਾਂ ਇਹ ਇੰਦਰਾ ਗਾਂਧੀ ਦੀ ਸਰਕਾਰ ਨੇ ਵਧਾਇਆ ਸੀ 1976 ਦੇ ਵਿੱਚ 42ਵੀਂ ਸੋਧ ਦੇ ਰਾਹੀਂ। ਫਿਰ ਉਸ ਤੋਂ ਬਾਅਦ ਕੀ ਆ ਉਹਨੂੰ ਘਟਾ ਕੇ ਜਨਤਾ ਪਾਰਟੀ ਦੀ ਸਰਕਾਰ ਨੇ, ਮੋਰਾਰਜੀ ਦੇਸਾਈ ਨੇ 5 ਸਾਲ ਹੀ ਕਰਤਾ। ਅਗਲਾ ਕੁਐਸਚਨ ਹੈ ਏਸ਼ੀਅਨ ਦਾ ਮੁੱਖ ਦਫ਼ਤਰ ਕਿੱਥੇ ਹੈ? ਤਾਂ ਇਹਦਾ ਮੁੱਖ ਦਫ਼ਤਰ ਹੈ ਜਿਹੜਾ ਜਕਾਰਤਾ ਦੇ ਵਿੱਚ ਹੈ। ਲੋਕ ਸਭਾ ਦੇ ਮੈਂਬਰਾਂ ਦੀ ਤਨਖਾਹ ਭੱਤੇ ਆਦਿ ਕੌਣ ਨਿਰਧਾਰਿਤ ਕਰਦਾ? ਤਾਂ ਸੰਸਦ ਕਰਦੀ ਹੈ। ਪਰ ਜੇ ਕਈ ਵਾਰ ਇਹ ਪੁੱਛ ਲਿਆ ਜਾਵੇ ਵੀ ਇਹਨਾਂ ਨੂੰ ਤਨਖਾਹ ਭੱਤੇ ਕਿੱਥੋਂ ਦਿੱਤੇ ਜਾਂਦੇ ਆ, ਤਾਂ ਇਹਨਾਂ ਨੂੰ ਕੰਸੋਲੀਡੇਟਡ ਫੰਡ ਜਿਹੜਾ ਸੰਚਿਤ ਨਿਧੀ ਫੰਡ ਆ ਉਹਦੇ ਵਿੱਚੋਂ ਦਿੱਤੇ ਜਾਂਦੇ ਨੇ। ਵਿਧਾਨ ਪਾਲਿਕਾ ਦਾ ਮੁੱਖ ਕੰਮ ਕੀ ਹੈ? ਕਾਨੂੰਨ ਨਿਰਮਾਣ ਕਰਨਾ। ਬੁਨਕਰਾਂ ਦਾ ਸ਼ਹਿਰ ਕਿਹਨੂੰ ਕਿਹਾ ਜਾਂਦਾ ਹੈਗਾ? ਪਾਣੀਪਤ ਨੂੰ ਕਿਹਾ ਜਾਂਦਾ ਹੈ। ਗ੍ਰੈਂਡ ਸਲੈਮ ਟੂਰਨਾਮੈਂਟ ਦਾ ਸੰਬੰਧ ਕਿਹੜੀ ਖੇਡ ਦੇ ਨਾਲ ਹੈ? ਟੈਨਿਸ ਦੇ ਨਾਲ ਹੈ। ਲੋਕ ਸਭਾ ਦੇ ਕੁੱਲ ਕਿੰਨੇ ਮੈਂਬਰ ਹੁੰਦੇ ਨੇ? 545। ਪਰ ਜੇ ਵੱਧ ਤੋਂ ਵੱਧ ਪੁੱਛਿਆ ਜਾਵੇ ਤਾਂ 552 ਹੁੰਦੇ ਨੇ ਤੇ ਐਟ ਪ੍ਰੈਜ਼ੈਂਟ ਸਾਡੇ 543 ਮੈਂਬਰ ਨੇ। ਲੋਕ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਅਤੇ ਸਦਨ ਦੀ ਕਾਰਵਾਈ ਦਾ ਸੰਚਾਲਨ ਕੌਣ ਕਰਦਾ ਹੈ? ਸਪੀਕਰ ਕਰਦਾ ਹੈ, ਜਿਹਨੂੰ ਕਿ ਲੋਕ ਸਭਾ ਦੇ ਮੈਂਬਰਾਂ ਦੇ ਦੁਆਰਾ ਹੀ ਚੁਣਿਆ ਜਾਂਦਾ ਹੈਗਾ। ਸਟੈਚੂ ਆਫ ਲਿਬਰਟੀ ਕਿੱਥੇ ਹੈ? ਨਿਊਯਾਰਕ ਦੇ ਵਿੱਚ। ਰਾਜ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ? 6 ਸਾਲ ਹੁੰਦਾ। ਪਰੰਤੂ ਇੱਥੇ ਇਹ ਵੀ ਧਿਆਨ ਦੇਣ ਯੋਗ ਗੱਲ ਹੈ ਵੀ ਇਹਦੇ ਜਿਹੜੇ 1/3 ਮੈਂਬਰ ਹੈ ਹਰ 2 ਸਾਲ ਬਾਅਦ ਹੈ ਜਿਹੜੇ ਉਹ ਰਿਟਾਇਰ ਹੁੰਦੇ ਨੇਗੇ। ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ? ਉਪ ਰਾਸ਼ਟਰਪਤੀ ਹੁੰਦਾ। ਦੇਸ਼ ਦੇ ਵਿੱਤੀ ਮਾਮਲਿਆਂ ਅਤੇ ਬਜਟ ਤੇ ਕਿਸ ਦਾ ਕੰਟਰੋਲ ਹੁੰਦਾ? ਸੰਸਦ ਦਾ ਹੁੰਦਾ। ਅੱਗੇ ਹੈ ਸਰਕਾਰ ਕਿਸ ਦੀ ਮਨਜ਼ੂਰੀ ਬਿਨਾਂ ਸਰਕਾਰੀ ਖਜ਼ਾਨੇ ਵਿੱਚੋਂ ਪੈਸੇ ਨਹੀਂ ਕਢਵਾ ਸਕਦੀ? ਤਾਂ ਸੰਸਦ ਦੀ ਮਨਜ਼ੂਰੀ ਦੇ ਬਿਨਾਂ ਨਹੀਂ ਕਢਾ ਸਕਦੀ। ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਉਮਰ 30 ਸਾਲ ਹੋਣੀ ਚਾਹੀਦੀ ਹੈ ਤੇ ਲੋਕ ਸਭਾ ਦਾ ਮੈਂਬਰ ਬਣਨ ਦੇ ਲਈ ਘੱਟੋ ਘੱਟ 25 ਸਾਲ ਹੋਣੀ ਚਾਹੀਦੀ ਹੈ। ਰਾਜ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਅਤੇ ਸਦਨ ਦੀ ਕਾਰਵਾਈ ਦਾ ਸੰਚਾਲਨ ਉਪ ਰਾਸ਼ਟਰਪਤੀ ਦੁਆਰਾ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ, ਮੁੱਖ ਚੋਣ ਕਮਿਸ਼ਨ, ਸੁਪਰੀਮ ਕੋਰਟ, ਹਾਈ ਕੋਰਟ ਦੇ ਜੱਜ, ਰਾਜਾਂ ਦੇ ਗਵਰਨਰ, ਅਟਾਰਨੀ ਜਨਰਲ ਅਤੇ ਰਾਜਦੂਤ ਆਦਿ ਦੀ ਨਿਯੁਕਤੀ ਕੌਣ ਕਰਦਾ ਹੈ? ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਰਾਸ਼ਟਰਪਤੀ ਵੱਲੋਂ ਰਾਜ ਸਭਾ ਦੇ ਕਿੰਨੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਨੇ? 12 ਮੈਂਬਰ ਨਾਮਜ਼ਦ ਕੀਤੇ ਜਾਂਦੇ ਆ ਜਿਹੜੇ ਕਿ ਸਾਇੰਸ, ਆਰਟ, ਸਮਾਜਿਕ ਸੇਵਾਵਾਂ ਦੇ ਵਿੱਚ ਜਿਹੜੇ ਪ੍ਰਮੁੱਖ ਹੋਣ, ਲਿਟਰੇਚਰ ਦੇ ਵਿੱਚ ਜਿਨ੍ਹਾਂ ਨੇ ਆਪਦੀ ਜਿਹੜੀ ਹੈਗੀ ਆ ਨਾਮ ਕਮਾਇਆ ਹੋਵੇ, ਸਾਹਿਤ ਦੇ ਵਿੱਚ ਰੋਲ ਅਦਾ ਕੀਤਾ ਹੋਵੇ, ਤਾਂ ਉਹ 12 ਮੈਂਬਰ ਰਾਸ਼ਟਰਪਤੀ ਦੁਆਰਾ ਇਹਨਾਂ ਖੇਤਰਾਂ ਦੇ ਵਿੱਚ ਚੁਣੇ ਜਾਂਦੇ ਨੇ। ਰਾਜ ਸਭਾ ਦੇ ਮੈਂਬਰਾਂ ਦੀ ਚੋਣ ਕਿਸ ਰਾਹੀਂ ਹੁੰਦੀ ਹੈ? ਅਨੁਪਾਤਿਕ ਚੋਣ ਪ੍ਰਣਾਲੀ ਦੇ ਅਧੀਨ ਹੁੰਦੀ ਆ। ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ? 25 ਸਾਲ। ਰਾਜ ਸਭਾ ਕਿਸੇ ਵੀ ਬਿੱਲ ਨੂੰ ਵੱਧ ਤੋਂ ਵੱਧ ਕਿੰਨੇ ਸਮੇਂ ਲਈ ਰੋਕ ਸਕਦੀ ਹੈ? ਤਾਂ 14 ਦਿਨਾਂ ਦੇ ਲਈ ਰੋਕ ਸਕਦੀ ਹੈ। 14 ਦਿਨ। ਬਿੱਲ ਕਿੰਨੀ ਤਰ੍ਹਾਂ ਦੇ ਹੁੰਦੇ ਨੇ? 2 ਤਰ੍ਹਾਂ ਦੇ ਹੁੰਦੇ ਨੇ। ਧਨ ਬਿੱਲ ਸਿਰਫ ਕਿੱਥੇ ਪੇਸ਼ ਕੀਤਾ ਜਾ ਸਕਦਾ ਹੈ? ਇਹ ਲੋਕ ਸਭਾ ਜਾਂ ਰਾਜਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਹੀ ਪੇਸ਼ ਕੀਤਾ ਜਾ ਸਕਦਾ ਹੈ। ਅਗਲਾ ਕੁਐਸਚਨ ਹੈ ਰਾਸ਼ਟਰਪਤੀ, ਸੁਪਰੀਮ ਕੋਰਟ, ਹਾਈ ਕੋਰਟ, ਚੋਣ ਕਮਿਸ਼ਨਰ, ਅਟਾਰਨੀ ਜਨਰਲ ਆਦਿ ਨੂੰ ਹਟਾਉਣ ਦਾ ਅਧਿਕਾਰ ਕਿਸ ਕੋਲ ਹੈ? ਸੰਸਦ ਕੋਲ ਹੈ। ਸੰਸਦ ਦੇ ਦੋਨਾਂ ਸਦਨਾਂ ਚੋਂ ਕਿਸੇ ਵੀ ਸਦਨ ਦੇ ਵਿੱਚ 2/3 ਬਹੁਮਤ ਦੇ ਨਾਲ ਮਤਾ ਪੇਸ਼ ਕਰਕੇ ਪਾਸ ਕਰਕੇ ਇਹਨਾਂ ਨੂੰ ਹਟਾਇਆ ਜਾ ਸਕਦਾ ਹੈ। ਰਾਸ਼ਟਰਪਤੀ ਵਿਰੁੱਧ ਮਹਾਦੋਸ਼ ਦਾ ਮੁਕੱਦਮਾ ਕਿੱਥੇ ਲਗਾਇਆ ਜਾਂਦਾ ਹੈਗਾ? ਇਹ ਜਿਹੜਾ ਮਹਾਦੋਸ਼ ਦਾ ਮੁਕੱਦਮਾ ਇਹ ਬਿੱਲ ਤਾਂ ਸੰਸਦ ਦੇ ਵਿੱਚ ਹੀ ਪਾਸ ਹੁੰਦਾ ਹੈ। ਰਾਜ ਸਭਾ ਤੇ ਲੋਕ ਸਭਾ ਕਿਸੇ ਵੀ ਸਦਨ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਤੇ ਇਹਨੂੰ 2/3 ਮੈਜੋਰਿਟੀ ਦੀ ਲੋੜ ਹੁੰਦੀ ਹੈ। ਪਰ ਜਿਹੜੇ ਇਹਦੇ ਅਹੁਦੇ ਨਾਲ ਜਿਹੜਾ ਮੁਕੱਦਮਾ ਉਹ ਸੁਪਰੀਮ ਕੋਰਟ ਦੇ ਵਿੱਚ ਲਗਾਇਆ ਜਾਂਦਾ 61 ਆਰਟੀਕਲ ਦੇ ਅਧੀਨ।
ਸੰਸਦ ਦੇ ਦੋਨਾਂ ਸਦਨਾਂ ਦੀ ਸਾਂਝੀ ਬੈਠਕ ਬੁਲਾਉਂਦਾ ਅਤੇ ਸਥਗਿਤ ਕਰਨ ਦਾ ਅਧਿਕਾਰ ਕਿਹਦੇ ਕੋਲ ਹੁੰਦਾ? ਰਾਸ਼ਟਰਪਤੀ ਕੋਲ। ਤੇ ਰਾਸ਼ਟਰਪਤੀ 108 ਆਰਟੀਕਲ ਦੇ ਅਧੀਨ ਇਹ ਬੈਠਕ ਬੁਲਾਉਂਦਾ ਹੈ ਤੇ ਅੱਜ ਵਰਤਮਾਨ ਤੱਕ 3 ਵਾਰ ਜਿਹੜੀ ਹੈਗੀ ਹੈ ਇਸ ਬੈਠਕ ਨੂੰ ਬੁਲਾਇਆ ਜਾ ਚੁੱਕਿਆ। ਅਗਲਾ ਕੁਐਸਚਨ, ਰਾਸ਼ਟਰਪਤੀ ਦੀ ਚੋਣ ਕਿਸ ਤਰ੍ਹਾਂ ਹੁੰਦੀ ਹੈ ਜਾਂ ਕਿਸ ਰਾਹੀਂ ਹੁੰਦੀ ਹੈ? ਅਨੁਪਾਤਿਕ ਚੋਣ ਪ੍ਰਣਾਲੀ ਦੇ ਰਾਹੀਂ ਹੁੰਦੀ ਹੈ। ਚੋਣ ਮੰਡਲ ਜਿਹੜਾ ਇਹ ਸਾਰਾ ਕੁਝ ਆਰਗੇਨਾਈਜ਼ ਕਰਵਾਉਂਦਾ ਹੈ। ਭਾਰਤ ਦੀ ਤਿੰਨੋਂ ਸੈਨਾਵਾਂ ਦਾ ਸੁਪਰੀਮ ਕਮਾਂਡਰ ਰਾਸ਼ਟਰਪਤੀ ਹੁੰਦਾ ਹੈ। ਦੇਸ਼ ਦੀ ਕਾਰਜਪਾਲਿਕਾ ਦਾ ਸੰਵਿਧਾਨਿਕ ਮੁਖੀ ਰਾਸ਼ਟਰਪਤੀ। ਇਹ ਕਿ ਸਾਨੂੰ ਇਹ 53 ਆਰਟੀਕਲ ਦੇ ਵਿੱਚ ਵੀ ਦੱਸਿਆ ਗਿਆ ਵੀ ਰਾਸ਼ਟਰਪਤੀ ਜਿਹੜਾ ਉਹ ਕਾਰਜਪਾਲਿਕਾ ਦਾ ਮੁਖੀ ਹੋਊਗਾ। ਪਰ ਇੱਥੇ ਇੱਕ ਗੱਲ ਧਿਆਨ ਦੇਣ ਯੋਗ ਹੈ ਵੀ ਰਾਸ਼ਟਰਪਤੀ ਸਿਰਫ ਕਾਨੂੰਨੀ ਮੁਖੀ ਹੁੰਦਾ ਗਾ, ਸੰਵਿਧਾਨਿਕ ਮੁਖੀ ਹੁੰਦਾ। ਜਿਹੜਾ ਅਸਲੀ ਤੇ ਮੁਖੀ ਹੁੰਦਾ ਗਾ ਜਿਹਨੂੰ ਆਪਾਂ ਵਾਸਤਵਿਕ ਮੁਖੀ ਕਹਿੰਦੇ ਹਾਂ, ਡਿਫੈਕਟੋ ਹੈੱਡ ਵੀ ਕਹਿੰਦੇ ਆਂਗੇ, ਤਾਂ ਉਹ ਪ੍ਰਧਾਨ ਮੰਤਰੀ ਹੁੰਦਾ। ਭਾਰਤ ਦੇ ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੁੰਦਾ? 5 ਸਾਲ ਹੁੰਦਾ, ਪਰ ਇਹਨੂੰ ਤੋਂ ਪਹਿਲਾਂ ਹਟਾਇਆ ਜਾ ਸਕਦਾ ਅਵਿਸ਼ਵਾਸ ਦੇ ਪ੍ਰਸਤਾਵ ਦੇ ਰਾਹੀਂ। ਪੂਰਬ ਦਾ ਪੈਰਿਸ ਕਿਸ ਨੂੰ ਕਿਹਾ ਜਾਂਦਾ? ਕੋਚੀਨ ਨੂੰ। ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ 1920 ਦੇ ਵਿੱਚ। ਅਗਲਾ ਹੈ, ਭਾਸ਼ਾ ਦੇ ਆਧਾਰ 'ਤੇ ਪੰਜਾਬ ਦਾ ਪੁਨਰਗਠਨ ਕਦੋਂ ਹੋਇਆ? 1 ਨਵੰਬਰ 1966 ਨੂੰ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ 1920। ਭਾਰਤੀ ਕਾਂਗਰਸ ਪਾਰਟੀ ਦੀ ਸਥਾਪਨਾ ਕਦੋਂ ਕੀਤੀ ਗਈ? 28 ਦਸੰਬਰ 1985। ਨੈਕਸਟ ਹੈ, ਚੋਣਾਂ ਤੋਂ ਕਿੰਨੇ ਸਮੇਂ ਪਹਿਲਾਂ ਚੋਣ ਪ੍ਰਚਾਰ ਕਰਨਾ ਬੰਦ ਕਰਨਾ ਪੈਂਦਾ ਹੈ? ਤਾਂ 48 ਘੰਟੇ ਪਹਿਲਾਂ ਚੋਣਾਂ ਦਾ ਪ੍ਰਚਾਰ ਹੈ ਜਿਹੜਾ ਉਹਨੂੰ ਰੋਕ ਦਿੱਤਾ ਜਾਂਦਾ ਹੈ। ਇਸ ਤੋਂ ਉੱਪਰ ਇੱਕ ਕੁਐਸਚਨ ਹੈ, ਭਾਰਤੀ ਕਾਂਗਰਸ ਪਾਰਟੀ ਦੀ ਸਥਾਪਨਾ ਕਦੋਂ ਕੀਤੀ ਗਈ? 28 ਦਸੰਬਰ 1985 ਨੂੰ ਕੀਤੀ ਗਈ ਹੈਗੀ। WC ਬੈਨਰਜੀ ਆ ਜਿਹੜੇ ਉਹ ਇਹਦੇ ਪਹਿਲੇ ਚੇਅਰਮੈਨ ਸੀ। ਚੋਣਾਂ 'ਤੇ ਕਿੰਨੇ ਸਮੇਂ ਤੋਂ ਪਹਿਲਾਂ ਇਹ ਹੋ ਚੁੱਕਿਆ? 48 ਘੰਟੇ। ਪੁਲਾੜ ਵਿੱਚ ਜਾਣ ਵਾਲਾ ਪਹਿਲਾ ਵਿਅਕਤੀ ਕੌਣ ਸੀ? ਯੂਰੀ ਗਾਗਰਿਨ ਹੈ ਜਿਹੜਾ ਉਹ ਪੁਲਾੜ 'ਚ ਜਾਣ ਵਾਲਾ ਪਹਿਲਾ ਜਿਹੜਾ ਵਿਅਕਤੀ ਸੀ। ਇਹ ਸੀ ਜੀ ਆਪਣੇ 74 ਤੋਂ ਲੈ ਕੇ 150 ਤੱਕ ਪ੍ਰਸ਼ਨ ਉੱਤਰ ਜਾਂ ਵਨ ਲਾਈਨਰਸ ਦੀ ਲੜੀ, ਜਿਹੜੀ ਕਿ ਅੱਗੇ ਇਸੇ ਤਰ੍ਹਾਂ ਚੱਲਦੀ ਰਹੂਗੀ। ਇਹ ਸਾਰੇ ਜਿਹੜੇ ਕੁਐਸਚਨਸ ਨੇ ਤੁਹਾਨੂੰ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਪੁੱਛੇ ਜਾ ਸਕਦੇ ਨੇ ਤੇ ਕੁਝ ਕੁਐਸਚਨ ਇਹੋ ਜਿਹੇ ਵੀ ਹੈ ਜਿਹੜੇ ਕਿ ਪਹਿਲਾਂ ਪੁੱਛੇ ਜਾ ਚੁੱਕੇ ਨੇ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਲੱਗੀ ਹੈ।